Attention Outlook. ਆਸਾ ਮਹਿਲਾ ਪੰਜਵਾਂ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੂਖੇ, ਨਾ ਉਸ ਦੁੱਖ ਨਾ ਹਮ ਕੋ ਦੁਖੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 391ਵੇਂ ਅੰਗ ਤੇ ਵਿਰਾਜਮਾਨ ਬਾਣੀ ਦੇ ਵਿੱਚ ਇਹ ਜੋ ਪਹਿਲਾ ਸ਼ਬਦ ਹੈ, ਇਹਦੇ ਵਿੱਚ ਇੱਕ ਭਾਵ ਪ੍ਰਮੁੱਖ ਤੌਰ ਤੇ ਚੱਲਦਾ ਹੈ। ਉਹ ਇਹ ਕਿ ਪ੍ਰਮਾਤਮਾ ਸਾਡੇ ਅੰਦਰ ਵਸ ਰਿਹਾ ਹੈ। ਪ੍ਰਮਾਤਮਾ ਦੇ ਗੁਣ ਇਸ ਪੂਰੇ ਸ਼ਬਦ ਦੇ ਵਿੱਚ ਦੱਸੇ ਗਏ ਨੇ ਤੇ ਨਾਲ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਦੋਂ ਪ੍ਰਮਾਤਮਾ ਦੇ ਵਿੱਚ ਆ ਗੁਣ ਹਨ ਤੇ ਉਹ ਪ੍ਰਮਾਤਮਾ ਸਾਡੇ ਅੰਦਰ ਵਸ ਰਿਹਾ ਹੈ ਤਾਂ ਸਾਨੂੰ ਵੀ ਇਹ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ। ਲਿਖਦੇ ਨੇ, ਨਾ ਉਹ ਮਰਤਾ ਨਾ ਹਮ ਡਰਿਆ। ਉਹ ਪ੍ਰਮਾਤਮਾ ਕਦੇ ਵੀ ਨਹੀਂ ਮਰਦਾ, ਪਰ ਸਾਡੇ ਅੰਦਰ ਵਸਿਆ ਹੋਇਆ ਤਾਂ ਅਸੀਂ ਵੀ ਮੌਤ ਤੋਂ ਕਿਉਂ ਡਰੀਏ? ਨਹੀਂ, ਸਾਨੂੰ ਡਰਨਾ ਚਾਹੀਦਾ। ਨਾ ਉਹ ਬਿਨਸੈ ਨਾ ਹਮ ਕੜਿਆ। ਉਹ ਪ੍ਰਮਾਤਮਾ ਕਦੇ ਵੀ ਵਿਨਾਸ਼ ਨਹੀਂ ਹੁੰਦਾ, ਇਸ ਕਰਕੇ ਸਾਨੂੰ ਵੀ ਚਿੰਤਾ ਫਿਕਰ ਨਹੀਂ ਕਰਨਾ ਚਾਹੀਦਾ। ਕੜਿਆ ਤੋਂ ਭਾਵ ਚਿੰਤਾ ਫਿਕਰ। ਨਾ ਉਹ ਨਿਰਧਨ ਨਾ ਹਮ ਭੁੱਖੇ। ਉਹ ਪ੍ਰਮਾਤਮਾ ਨਿਰਧਨ ਨਹੀਂ ਹੈ, ਕੰਗਾਲ ਨਹੀਂ ਹੈ। ਅਸੀਂ ਵੀ ਆਪਣੇ ਆਪ ਨੂੰ ਭੁੱਖੇ ਨਾ ਸਮਝੀਏ। ਨਾ ਉਸ ਦੁੱਖ ਨਾ ਹਮ ਕੋ ਦੁਖੇ। ਪ੍ਰਮਾਤਮਾ ਕਦੇ ਦੁਖੀ ਨਹੀਂ ਹੁੰਦਾ, ਇਸ ਕਰਕੇ ਸਾਨੂੰ ਵੀ ਦੁਖੀ ਨਹੀਂ ਹੋਣਾ ਚਾਹੀਦਾ। ਦੁਖੀ ਹੋਣ ਤੋਂ ਅਸੀਂ ਕਿੰਝ ਬਚ ਸਕਦੇ ਹਾਂ, ਇਹ ਅੱਜ ਦੀ ਵੀਡੀਓ ਦੇ ਵਿੱਚ ਹੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਵਰ ਨਾ ਕੋ ਮਾਰਨ ਵਾਰਾ, ਜਿਉ ਹਮਾਰਾ ਜਿਉ ਦੇਨਹਾਰਾ ਰਹਾਉ। ਇਹ ਭਾਈ, ਜਿਉਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ, ਜਿਉ ਹਮਾਰਾ ਜਿਉ ਦੇਨਹਾਰਾ। ਜਿਸ ਪਰਮਾਤਮਾ ਨੇ ਸਾਨੂੰ ਜਿੰਦ ਬਖਸ਼ੀ ਹੈ, ਜਿਉਂਦਾ ਰਹੇ ਉਹ ਪਰਮਾਤਮਾ। ਉਸ ਪਰਮਾਤਮਾ ਤੋਂ ਬਿਨਾਂ ਸਾਨੂੰ ਮਾਰਨ ਵਾਲਾ ਕੋਈ ਵੀ ਨਹੀਂ ਹੈ। ਜੇ ਉਹ ਪਰਮਾਤਮਾ ਨਾ ਚਾਹਵੇ ਤੇ ਸਾਨੂੰ ਕੋਈ ਮਾਰ ਨਹੀਂ ਸਕਦਾ। ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਧੰਦਾ ਨਾ ਹਮ ਧਾਦੇ। ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ। ਇਸ ਵਾਸਤੇ ਸਾਨੂੰ ਵੀ ਇਹਨਾਂ ਬੰਧਨਾਂ ਦੇ ਵਿੱਚ ਨਹੀਂ ਬੱਝੇ ਰਹਿਣਾ ਚਾਹੀਦਾ। ਉਸ ਪਰਮਾਤਮਾ ਨੂੰ ਕੋਈ ਮਾਇਕ ਦੌੜ ਭੱਜ ਨਹੀਂ ਹੈ। ਅਸੀਂ ਵੀ ਇਸ ਦੌੜ ਭੱਜ ਦੇ ਵਿੱਚ ਗਰਸੇ ਨਾ ਜਾਈਏ। ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਕੇਲਾ ਤੋਂ ਭਾਵ ਆਨੰਦ ਦੇ ਵਿੱਚ ਹੋਣਾ। ਉਸ ਪਰਮਾਤਮਾ ਤੇ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ। ਸਾਨੂੰ ਵੀ ਮੈਲੇ ਨਹੀਂ ਹੋਣਾ ਚਾਹੀਦਾ, ਸਾਨੂੰ ਵੀ ਕੋਈ ਮੈਲ ਨਹੀਂ ਲੱਗਣੀ ਚਾਹੀਦੀ। ਪਰਮਾਤਮਾ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ। ਅਸੀਂ ਵੀ ਇਹ ਗੱਲ ਮਨ ਦੇ ਵਿੱਚ ਵਸਾਈਏ ਕਿ ਉਹ ਆਨੰਦ ਦੇ ਵਿੱਚ ਰਹਿਣ ਵਾਲਾ ਪਰਮਾਤਮਾ ਸਾਡੇ ਅੰਦਰ ਵਸਦਾ ਹੈ, ਸੋ ਅਸੀਂ ਵੀ ਆਨੰਦ ਦੇ ਵਿੱਚ ਰਹੀਏ। ਹਮ ਸਦ ਕੇਲਾ। ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੂਜਾ। ਉਸ ਪਰਮਾਤਮਾ ਨੂੰ ਕੋਈ ਚਿੰਤਾ ਫਿਕਰ ਨਹੀਂ ਵਿਆਪਦਾ। ਪਰਮਾਤਮਾ ਸੋਚਦਾ ਨਹੀਂ ਰਹਿੰਦਾ, ਚਿੰਤਾਵਾਂ ਦੇ ਵਿੱਚ ਘਿਰਿਆ ਨਹੀਂ ਰਹਿੰਦਾ। ਨਾ ਹਮ ਕੋ ਸੋਚਾ, ਸਾਨੂੰ ਵੀ ਚਿੰਤਾ ਝੋਰਿਆਂ ਦੇ ਵਿੱਚ ਘਿਰੇ ਨਹੀਂ ਰਹਿਣਾ ਚਾਹੀਦਾ। ਨਾ ਉਸ ਲੇਪ, ਉਸ ਪਰਮਾਤਮਾ ਦੇ ਉੱਪਰ ਮਾਇਆ ਆਪਣਾ ਪ੍ਰਭਾਵ ਕਾਇਮ ਨਹੀਂ ਕਰ ਸਕਦੀ। ਨਾ ਹਮ ਕੋ ਪੂਜਾ, ਸਾਡੇ ਉੱਪਰ ਵੀ ਨਹੀਂ ਕਰਨਾ ਚਾਹੀਦਾ। ਸਾਨੂੰ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਉਸ ਪਰਮਾਤਮਾ ਨੂੰ ਕੋਈ ਵੀ ਭੁੱਖ ਨਹੀਂ ਹੈ ਮਾਇਆ ਆਦਿਕ ਦੀ। ਮਾਇਕ ਪਦਾਰਥਾਂ ਦੀ ਤਾਂਘ ਵੱਲੋਂ ਪਰਮਾਤਮਾ ਰੱਜਿਆ ਹੋਇਆ ਹੈ, ਤ੍ਰਿਪਤ ਹੋਇਆ ਹੈ। ਸਾਨੂੰ ਵੀ ਮਾਇਆ ਦੀ ਤ੍ਰਿਸ਼ਨਾ ਨਹੀਂ ਹੋਣੀ ਚਾਹੀਦੀ। ਉਹ ਪਰਮਾਤਮਾ ਪਵਿੱਤਰ ਸਰੂਪ ਹੈ ਤੇ ਸਾਡੇ ਅੰਦਰ ਉਹ ਪਵਿੱਤਰ ਸਰੂਪ ਪਰਮਾਤਮਾ ਮੌਜੂਦ ਹੈ, ਤਾਂ ਅਸੀਂ ਵੀ ਸ਼ੁੱਧ ਸਰੂਪ ਹੀ ਰਹਿਣੇ ਚਾਹੀਦੇ ਹਾਂ। ਹਮ ਕਿਛ ਨਾਹੀ ਏਕੈ ਉਹੀ, ਆਗੈ ਪਾਛੈ ਏਕੋ ਸੋਈ। ਅਸੀਂ ਬਹੁਤ ਵੱਡੇ ਭੁਲੇਖੇ ਦੇ ਵਿੱਚ ਹਾਂ ਕਿ ਅਸੀਂ ਪਰਮਾਤਮਾ ਦੇ ਨਾਲੋਂ ਕੋਈ ਵੱਖਰੀ ਹਸਤੀ ਹਾਂ। ਅਸਲ ਦੇ ਵਿੱਚ ਅਸੀਂ ਉਸ ਪਰਮਾਤਮਾ ਦਾ ਹੀ ਅੰਸ਼ ਹਾਂ। ਸਾਡੀ ਵੱਖਰੀ ਕੋਈ ਹਸਤੀ ਨਹੀਂ ਹੈ। ਹਮ ਕਿਛ ਨਾਹੀ ਏਕੈ ਉਹੀ। ਅਸੀਂ ਕੁਝ ਵੀ ਨਹੀਂ, ਸਿਰਫ ਤੇ ਸਿਰਫ ਉਹ ਪਰਮਾਤਮਾ ਹੀ ਹੈ।
ਉਹੀ ਸਾਡੇ ਅੰਦਰ ਵਸ ਰਿਹਾ ਹੈ। ਇਸ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਹਰ ਥਾਂ ਉਹ ਪ੍ਰਮਾਤਮਾ ਆਪ ਹੀ ਆਪ ਹੈ। ਨਾਨਕ ਗੁਰ ਖੋਏ ਭਰਮ ਭੰਗਾ, ਹਮ ਹੋਏ ਮਿਲ ਹੋਏ ਇੱਕ ਰੰਗਾ। ਜਦੋਂ ਗੁਰੂ ਸਾਨੂੰ ਮਿਲ ਪੈਂਦਾ ਹੈ, ਗੁਰੂ ਸਾਡੇ ਅੰਦਰੋਂ ਸਾਡੀ ਹਸਤੀ ਦੀ ਹੋਂਦ ਨੂੰ ਮਿਟਾ ਦਿੰਦਾ ਹੈ। ਜੋ ਸਾਡੀ ਸੋਚ ਹੈ ਇੱਕ ਵੱਖਰੀ ਹਸਤੀ ਵਾਲੀ, ਉਸ ਸੋਚ ਨੂੰ ਗੁਰੂ ਮਿਟਾ ਦਿੰਦਾ ਹੈ। ਸਾਡੇ ਸਾਰੇ ਭਰਮ ਦੂਰ ਹੋ ਜਾਂਦੇ ਨੇ। ਫਿਰ ਅਸੀਂ ਪ੍ਰਮਾਤਮਾ ਦੇ ਨਾਲ ਮਿਲ ਕੇ ਪ੍ਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਂਦੇ ਹਾਂ। ਜਦੋਂ ਪ੍ਰਮਾਤਮਾ ਦੇ ਨਾਲ ਅਸੀਂ ਇੱਕ ਮਿੱਕ ਹੋ ਗਏ, ਸਾਡੇ ਮਨ ਦੇ ਵਿੱਚ ਕੋਈ ਦੁਚਿੱਤੀ ਨਹੀਂ ਰਹਿੰਦੀ। ਜੀਵਨ ਦੇ ਕਿਸੇ ਵੀ ਪੜਾਅ 'ਤੇ ਕੋਈ ਵੀ ਫੈਸਲਾ ਲੈਣ ਵੇਲੇ ਸਾਡਾ ਫੈਸਲਾ ਜਿਹੜਾ ਹੈ ਉਹ ਸਪਸ਼ਟ ਹੁੰਦਾ ਹੈ। ਅਸੀਂ ਦੁਚਿੱਤੀ ਦੇ ਵਿੱਚ ਘਿਰਦੇ ਨਹੀਂ ਕਿ ਇਹ ਫੈਸਲਾ ਲਈਏ ਜਾਂ ਇਹ ਲਈਏ। ਫੈਸਲਾ ਸਾਡਾ ਸਪਸ਼ਟ ਹੀ ਹੁੰਦਾ ਕਿ ਇਹ ਹੀ ਲੈਣਾ ਹੈ। ਆਸਾ ਮਹਿਲਾ ਪੰਜਵਾਂ। ਅਨਕ ਭਾਂਤ ਕਰ ਸੇਵਾ ਕਰੀਐ, ਜਿਉ ਪ੍ਰਾਨ ਧਨ ਆਗੈ ਧਰੀਐ। ਪਾਣੀ ਪੱਖਾ ਕਰੋ ਤਜ ਅਭਿਮਾਨ, ਅਨਕ ਬਾਰ ਜਾਈਐ ਕੁਰਬਾਨ। ਇੱਕ ਜੀਵ ਇਸਤਰੀ ਆਪਣੀ ਮਾਂ ਦੇ ਨਾਲ ਗੱਲ ਕਰ ਰਹੀ ਹੈ ਉਹਨਾਂ ਜੀਵ ਇਸਤਰੀਆਂ ਦੀ ਜੋ ਆਪਣਾ ਸਭ ਕੁਝ ਤਿਆਗ ਕੇ ਪ੍ਰਮਾਤਮਾ ਦੀਆਂ ਭਗਤ ਬਣ ਗਈਆਂ ਹਨ। ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਇੱਕ ਸਾਂਝ ਕਾਇਮ ਕਰ ਲਈ ਹੈ। ਤੇ ਇੱਕ ਜੀਵ ਇਸਤਰੀ ਆਪਣੀ ਮਾਂ ਨੂੰ ਕਹਿ ਰਹੀ ਹੈ, ਹੇ ਮਾਂ, ਅਨਕ ਭਾਂਤ ਕਰ ਸੇਵਾ ਕਰੀਏ। ਪ੍ਰਭੂ ਨੂੰ ਪਿਆਰੀਆਂ ਹੋ ਚੁੱਕੀਆਂ। ਇੱਥੇ ਪ੍ਰਭੂ ਨੂੰ ਪਿਆਰੀਆਂ ਹੋਣ ਤੋਂ ਭਾਵ ਮਰ ਜਾਣਾ ਨਹੀਂ ਹੈ, ਕਿਉਂਕਿ ਅਕਸਰ ਹੀ ਅਸੀਂ ਆਪਣੀ ਭਾਸ਼ਾ ਦੇ ਵਿੱਚ ਜਦ ਕੋਈ ਮਰ ਜਾਂਦਾ ਤਾਂ ਕਹਿ ਦਿੰਦੇ ਹਾਂ ਕਿ ਰੱਬ ਨੂੰ ਪਿਆਰਾ ਹੋ ਗਿਆ। ਇੱਥੇ ਪ੍ਰਭੂ ਨੂੰ ਪਿਆਰਾ ਹੋ ਜਾਣ ਤੋਂ ਭਾਵ ਹੈ ਕਿ ਪ੍ਰਮਾਤਮਾ ਦੀ ਉਹਨਾਂ 'ਤੇ ਮਿਹਰ ਹੋਈ। ਪ੍ਰਮਾਤਮਾ ਨੂੰ ਉਹ ਜੀਵ ਇਸਤਰੀਆਂ ਚੰਗੀਆਂ ਲੱਗਣ ਲੱਗੀਆਂ, ਪਿਆਰੀਆਂ ਲੱਗਣ ਲੱਗੀਆਂ। ਮਿਹਰ ਦੀ ਨਿਗਾਹ ਪ੍ਰਮਾਤਮਾ ਨੇ ਉਹਨਾਂ ਜੀਵ ਇਸਤਰੀਆਂ 'ਤੇ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀਆਂ ਜੀਵ ਇਸਤਰੀਆਂ ਪ੍ਰਮਾਤਮਾ ਨੂੰ ਪਿਆਰੀਆਂ ਨੇ, ਅਨੇਕਾਂ ਤਰੀਕਿਆਂ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਨੇਕ ਭਾਂਤ ਕਰ ਸੇਵਾ ਕਰੀਏ, ਜਿਉ ਪ੍ਰਾਨ ਧਨ ਆਗੈ ਧਰੀਐ। ਆਪਣੀ ਜਿੰਦ, ਆਪਣੇ ਪ੍ਰਾਣ, ਆਪਣਾ ਧਨ ਪਦਾਰਥ ਉਹਨਾਂ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ। ਪਾਣੀ ਪੱਖਾ ਕਰੋ ਤਜ ਅਭਿਮਾਨ। ਆਪਣਾ ਅਭਿਮਾਨ ਤਿਆਗ ਕੇ, ਹੰਕਾਰ ਤਿਆਗ ਕੇ ਉਹਨਾਂ ਜੀਵ ਇਸਤਰੀਆਂ ਦੇ ਲਈ ਪਾਣੀ ਢੋਣ ਦੀ ਤੇ ਪੱਖਾ ਝੱਲਣ ਦੀ ਸੇਵਾ ਕਰਨੀ ਚਾਹੀਦੀ ਹੈ। ਅਨੇਕ ਬਾਰ ਜਾਈਏ ਕੁਰਬਾਨ। ਅਨੇਕਾਂ ਵਾਰੀ ਉਹਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ। ਸਾਈ ਸੁਹਾਗਣ ਜੋ ਪ੍ਰਭ ਭਾਈ, ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ। ਉਹ ਜੀਵ ਇਸਤਰੀ ਹੀ ਸੁਹਾਗਣ ਹੈ ਜਿਹੜੀ ਪ੍ਰਭੂ ਪਤੀ ਨੂੰ ਪਿਆਰੀ ਲੱਗਦੀ ਹੈ। ਇਹ ਮੇਰੀ ਮਾਂ, ਜੇ ਮੇਰੇ ਭਾਗ ਜਾਗ ਪੈਣ ਤਾਂ ਮੈਂ ਵੀ ਉਹਨਾਂ ਸੁਹਾਗਣ ਜੀਵ ਇਸਤਰੀਆਂ ਦੀ ਸੰਗਤ ਦੇ ਵਿੱਚ ਮਿਲ ਬੈਠਾਂ। ਦਾਸਨ ਦਾਸੀ ਕੀ ਪਨਹਾਰ, ਉਨਕੀ ਰੇਣ ਬਸੈ ਜੀ ਨਾਲ। ਮਾਥੈ ਭਾਗ ਤਾਂ ਪਾਵੋ ਸੰਗ, ਮਿਲੈ ਸੁਆਮੀ ਆਪਣਾ ਰੰਗ। ਇਹ ਮਾਂ, ਮੇਰੇ ਮੱਥੇ ਉੱਤੇ ਜੇ ਪੂਰਬਲੇ ਕਰਮਾਂ ਦੇ ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤ ਹਾਸਲ ਕਰ ਸਕਾਂਗੀ। ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣ ਸਕਾਂਗੀ। ਪਨਹਾਰ ਤੋਂ ਭਾਵ ਪਾਣੀ ਢੋਣ ਵਾਲੀ। ਉਹਨਾਂ ਦੇ ਚਰਨਾਂ ਦੀ ਧੂੜ ਮੇਰੀ ਜਿੰਦ ਦਾ ਆਸਰਾ ਬਣ ਜਾਏਗੀ, ਮੇਰੀ ਜਿੰਦ ਦੇ ਨਾਲ ਟਿਕੀ ਰਹੇਗੀ। ਇਹਨਾਂ ਸੁਹਾਗਣ ਜੀਵ ਇਸਤਰੀਆਂ ਦੀ ਸੰਗਤ ਦੇ ਸਦਕਾ ਹੀ ਖਸਮ ਪ੍ਰਭੂ ਆਪਣੇ ਪ੍ਰੇਮ ਰੰਗ ਦੇ ਵਿੱਚ ਆ ਕੇ ਮੈਨੂੰ ਮਿਲ ਪਏਗਾ। ਜਾਪ ਤਾਪ ਦੇਵੋ ਸਭ ਨੇਮਾ, ਕਰਮ ਧਰਮ ਅਰਪੋ ਸਭ ਹੋਮਾ। ਗਰਭ ਮੋਹ ਤਜ ਹੋਵੋ ਰੇਨ, ਉਨਕੈ ਸੰਗ ਦੇਖੋ ਪ੍ਰਭ ਨੈਣ। ਲੋਕ ਦੇਵਤਿਆਂ ਆਦਿਕ ਨੂੰ ਵਸ ਦੇ ਵਿੱਚ ਕਰਨ ਲਈ ਅਨੇਕਾਂ ਪ੍ਰਕਾਰ ਦੇ ਮੰਤਰ ਜਪਦੇ ਨੇ, ਜਪ ਕਰਦੇ ਨੇ, ਤਪ ਕਰਦੇ ਨੇ, ਧੂਣੀਆਂ ਤਪਾਉਂਦੇ ਨੇ, ਤੀਰਥਾਂ ਆਦਿਕ ਦਾ ਇਸ਼ਨਾਨ ਕਰਦੇ ਨੇ, ਹੋਮ ਜਗ ਆਦਿਕ ਕਰਦੇ, ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਾਰਜ ਕਰਦੇ ਨੇ। ਇੱਥੇ ਆਪਣੀ ਮਾਂ ਦੇ ਨਾਲ ਗੱਲ ਕਰਦੀ ਹੋਈ ਜੀਵ ਇਸਤਰੀ ਕਹਿ ਰਹੀ ਹੈ ਕਿ ਹੇ ਮਾਂ, ਉਹਨਾਂ ਸੁਹਾਗਣਾਂ ਦੀ ਜੇਕਰ ਸੰਗਤ ਮੈਨੂੰ ਮਿਲ ਜਾਏ ਤਾਂ ਮੈਂ ਜਾਪ ਤਾਪ ਦੇਵੋ ਸਭ ਨੇਮਾ, ਮੈਂ ਜਾਪ ਤਾਪ ਵੀ ਛੱਡ ਦਿਆਂਗੀ, ਹਰ ਪ੍ਰਕਾਰ ਦਾ ਮਿੱਥਿਆ ਹੋਇਆ ਧਾਰਮਿਕ ਕਾਰਜ ਵੀ ਛੱਡ ਦਿਆਂਗੀ। ਕਰਮ ਧਰਮ ਅਰਪੋ ਸਭ ਹੋਮਾ, ਕੋਈ ਹੋਮ ਜਗ ਕਰਨ ਦੀ ਜੋ ਇੱਛਾ ਮੇਰੇ ਮਨ 'ਚ ਹੈ ਉਹ ਵੀ ਛੱਡ ਦਿਆਂਗੀ। ਗਰਭ ਮੋਹ ਤਜ ਹੋਵੋ ਰੇ, ਦੁਨਿਆਵੀ ਪਦਾਰਥਾਂ ਦਾ ਮੋਹ ਛੱਡ ਦਿਆਂਗੀ।
ਹੰਕਾਰ ਛੱਡ ਦਿਆਂਗੀ ਤੇ ਉਹਨਾਂ ਜੀਵ ਇਸਤਰੀਆਂ ਦੇ ਚਰਨਾਂ ਦੀ ਧੂੜ ਬਣ ਜਾਵਾਂਗੀ। ਉਨਕਾ ਸੰਗ ਦੇਖੋ ਪ੍ਰਭ ਨੈਣ, ਮੇਰੀ ਇਹ ਤਾਂਘ ਹੈ ਕਿ ਉਹਨਾਂ ਦੇ ਸੰਗਤ ਦੇ ਵਿੱਚ ਰਹਿ ਕੇ ਮੈਂ ਆਪਣੇ ਪ੍ਰਭੂ ਪਤੀ ਨੂੰ ਇਹਨਾਂ ਅੱਖਾਂ ਦੇ ਨਾਲ ਵੇਖ ਸਕਾਂ। ਨਿਮਖ ਨਿਮਖ ਇਹੀ ਆਰਾਧੋ, ਦਿਨ ਸਰੈਣ ਇਹ ਸੇਵਾ ਸਾਧੋ। ਭਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ। ਹੇ ਮੇਰੀ ਮਾਂ, ਮੈਂ ਪਲ ਪਲ ਇਹੀ ਸੁਖਣਾ ਸੁਖਦੀ ਹਾਂ ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤ ਮਿਲੇ, ਤਾਂ ਕਿ ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ। ਇਹ ਨਾਨਕ, ਜਿਹੜੀ ਜੀਵ ਇਸਤਰੀ ਸਾਧ ਸੰਗਤ ਵਿੱਚ ਜਾ ਪਹੁੰਚਦੀ ਹੈ, ਬਖਸ਼ਨਹਾਰ ਗੋਪਾਲ ਗੋਬਿੰਦ ਪ੍ਰਭੂ ਜੀ ਉਸ ਉੱਤੇ ਦਇਆਵਾਨ ਹੋ ਜਾਂਦੇ। ਆਸਾ ਮਹਿਲਾ ਪੰਜਵਾਂ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗਾ ਨਾ ਕੋਈ। ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ, ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਜਦੋਂ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਬਣ ਜਾਏ, ਪ੍ਰਮਾਤਮਾ ਦੇ ਨਾਲ ਸਾਡੀ ਪ੍ਰੀਤ ਜੁੜ ਜਾਏ, ਇੱਕ ਡੂੰਘੀ ਸਾਂਝ ਬਣ ਜਾਏ, ਪ੍ਰਮਾਤਮਾ ਸਾਡੇ ਹਿਰਦੇ ਦੇ ਵਿੱਚ ਜਦੋਂ ਆ ਵਸੇ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਤਾਂ ਅਸੀਂ ਸਦਾ ਹੀ ਸੁੱਖ ਦੇ ਵਿੱਚ ਰਹਿੰਦੇ ਹਾਂ। ਦੁੱਖ ਲੱਗਾ ਨਾ ਕੋਈ, ਕੋਈ ਵੀ ਦੁੱਖ ਸਾਡੇ ਨੇੜੇ ਵੀ ਨਹੀਂ ਟੁੱਕ ਸਕਦਾ, ਸਾਨੂੰ ਪੋਹ ਨਹੀਂ ਸਕਦਾ। ਹਉਮੈ ਮਲ ਖੋਏ, ਹੰਕਾਰ ਰੂਪ ਹਉਮੈ ਰੂਪ ਮੈਲ ਨੂੰ ਅਸੀਂ ਆਪਣੇ ਅੰਦਰੋਂ ਦੂਰ ਕਰ ਲੈਂਦੇ ਹਾਂ। ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ, ਅਸੀਂ ਸਦਾ ਹੀ ਪਵਿੱਤਰ ਹੋਏ ਰਹਿੰਦੇ ਹਾਂ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘਟ ਘਟ ਆਧਾਰ ਰਹਾਓ। ਇਹ ਮੇਰੇ ਮਿੱਤਰ ਸੁਣੋ, ਪ੍ਰਮਾਤਮਾ ਨਾਲ ਪਾਇਆ ਹੋਇਆ ਪ੍ਰੇਮ ਪਿਆਰ ਐਸੀ ਦਾਤ ਹੈ ਕਿ ਹਰੇਕ ਜੀਵ ਦੀ ਜਿੰਦ ਦਾ, ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦੀ ਹੈ ਪ੍ਰਮਾਤਮਾ ਦੇ ਨਾਲ ਪਾਈ ਹੋਈ ਪ੍ਰੀਤ। ਪ੍ਰਭ ਕੀ ਪ੍ਰੀਤ ਭਏ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਪ੍ਰਮਾਤਮਾ ਦੇ ਨਾਲ ਜਦ ਸਾਡੀ ਪ੍ਰੀਤ ਬਣ ਜਾਏ ਤਾਂ ਸਮਝ ਲਓ ਕਿ ਸਾਰੇ ਹੀ ਨਿਧਾਨ, ਸਾਰੇ ਹੀ ਖਜ਼ਾਨੇ ਅਸੀਂ ਪ੍ਰਾਪਤ ਕਰ ਲਏ। ਪ੍ਰਭੂ ਦੇ ਨਾਲ ਪ੍ਰੀਤ ਬਣਦੇ ਹੀ ਸਾਡਾ ਹਿਰਦਾ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਆ ਵਸਦਾ ਹੈ। ਪ੍ਰਭ ਕੀ ਪ੍ਰੀਤ ਸਦ ਸ਼ੋਭਾਵੰਤ, ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ। ਪ੍ਰਮਾਤਮਾ ਦੇ ਨਾਲ ਪ੍ਰੀਤ ਬਣਿਆ ਸਾਨੂੰ ਜਗਤ ਦੇ ਵਿੱਚ ਸ਼ੋਭਾ ਵਡਿਆਈ ਮਿਲਦੀ ਹੈ। ਸਾਡੀ ਹਰ ਪ੍ਰਕਾਰ ਦੀ ਚਿੰਤਾ ਦੂਰ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਪ੍ਰਭ ਕੀ ਪ੍ਰੀਤ ਇਹ ਭਵ ਜਲ ਤਰੈ, ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ। ਪ੍ਰਮਾਤਮਾ ਦੇ ਨਾਲ ਪ੍ਰੀਤ ਬਣਦਿਆਂ ਹੀ ਅਸੀਂ ਇਸ ਸੰਸਾਰ ਸਮੁੰਦਰ ਨੂੰ ਤਰਨ ਦੇ ਯੋਗ ਹੋ ਜਾਂਦੇ ਹਾਂ। ਜਮਾਂ ਦਾ ਡਰ ਸਾਡੇ ਅੰਦਰੋਂ ਖਤਮ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ। ਅਸੀਂ ਖੁਦ ਤੇ ਤਰਦੇ ਹੀ ਹਾਂ, ਸਾਰੀ ਲੁਕਾਈ ਨੂੰ ਵੀ ਆਪਣੇ ਨਾਲ ਉਧਾਰ ਲੈਂਦੇ ਹਾਂ, ਤਾਰ ਲੈਂਦੇ ਹਾਂ, ਬਚਾ ਲੈਂਦੇ ਹਾਂ। ਪ੍ਰਭ ਕੀ ਪ੍ਰੀਤ ਚੱਲੈ ਸੰਗਾਰ ਹੈ। ਪ੍ਰਮਾਤਮਾ ਦੇ ਨਾਲ ਪਾਈ ਹੋਈ ਪ੍ਰੀਤ ਇੱਕ ਐਸੀ ਰਾਸ ਪੂੰਜੀ ਹੈ ਜੋ ਸਦਾ ਹੀ ਸਾਡਾ ਸਾਥ ਨਿਭਾਉਂਦੀ ਹੈ, ਸਾਡੇ ਨਾਲ ਰਹਿੰਦੀ ਹੈ। ਆਪੋ ਕੋਈ ਮਿਲੈ ਨਾ ਭੁੱਲੈ, ਜਿਸ ਕਿਰਪਾਲ ਤਿਸ ਸਾਧ ਸੰਗ ਘੂਲੈ। ਲੇਕਿਨ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜਨੀ ਸਾਡੇ ਆਪਣੇ ਵੱਸ ਦੀ ਗੱਲ ਨਹੀਂ ਹੈ। ਇਹ ਬਹੁਤ ਮਹੱਤਵਪੂਰਨ ਸੰਦੇਸ਼ ਹੈ ਜੋ ਸਾਨੂੰ ਸਿੱਖਣਾ ਚਾਹੀਦਾ ਹੈ। ਆਪੋ ਕੋਈ ਮਿਲੈ ਨਾ ਭੁੱਲੈ, ਪ੍ਰਮਾਤਮਾ ਦੇ ਨਾਲ ਸਾਡੀ ਪ੍ਰੀਤ ਜੁੜਨੀ ਹੈ ਜਾਂ ਪ੍ਰਮਾਤਮਾ ਸਾਨੂੰ ਵਿਸਰ ਜਾਣਾ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਅਸੀਂ ਆਪਣੇ ਉਦਮਾਂ ਦੇ ਨਾਲ, ਆਪਣੀ ਮਿਹਨਤ ਦੇ ਨਾਲ ਇਹ ਚੀਜ਼ ਨਿਰਧਾਰਤ ਨਹੀਂ ਕਰ ਸਕਦੇ। ਜਿਸ ਕਿਰਪਾਲ ਤਿਸ ਸਾਧ ਸੰਗ ਘੂਲੈ। ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਮਿਹਰਬਾਨ ਹੁੰਦਾ ਹੈ, ਕਿਰਪਾਲ ਹੁੰਦਾ ਹੈ, ਉਹਨੂੰ ਸਾਧ ਸੰਗਤ ਬਖਸ਼ਦਾ ਹੈ। ਉਹੀ ਮਨੁੱਖ ਸਾਧ ਸੰਗਤ ਦੇ ਵਿੱਚ ਘੁਲਿਆ ਰਹਿੰਦਾ ਹੈ। ਕਹੋ ਨਾਨਕ ਤੇਰਾ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਨ। हे ਨਾਨਕ ਆਖ, हे ਪ੍ਰਭੂ ਮੈਂ ਤੇਥੋਂ ਕੁਰਬਾਨ ਜਾਂਦਾ, ਤੂੰ ਹੀ ਸੰਤਾਂ ਦੀ ਓਟ ਹੈ, ਤੂੰ ਹੀ ਸੰਤਾਂ ਦਾ ਤਾਨ ਬਲ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 391ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਪਹਿਲੇ ਸ਼ਬਦ ਦੇ ਵਿੱਚ ਅਸੀਂ ਦੁੱਖ ਦੇ ਬਾਰੇ 'ਚ ਗੱਲ ਕੀਤੀ,
ਦੁੱਖ ਕੀ ਹੈ? ਸਾਡੇ ਜੀਵਨ ਦੇ ਵਿੱਚ ਘਟਣ ਵਾਲੀਆਂ ਘਟਨਾਵਾਂ ਦੁੱਖ ਨਹੀਂ। ਦੁੱਖ ਸਾਡੀ ਇੱਕ ਮਾਨਸਿਕ ਸਥਿਤੀ ਹੈ। ਦੁੱਖ ਸਿਰਫ ਤੇ ਸਿਰਫ ਸਾਡੇ ਮਨ ਵਿੱਚ ਹੀ ਪੈਦਾ ਹੁੰਦਾ ਹੈ ਤੇ ਉਹਨੂੰ ਅਸੀਂ ਮਨ ਦੇ ਵਿੱਚ ਹੀ ਖਤਮ ਕਰ ਸਕਦੇ ਹਾਂ। ਸਾਡੇ ਨਾਲ ਕੋਈ ਮਾੜੀ ਘਟਨਾ ਘਟ ਗਈ, ਉਹ ਦੁੱਖ ਨਹੀਂ ਹੈ। ਉਸ ਘਟਨਾ ਦਾ ਦੁੱਖ ਅਸੀਂ ਆਪਣੇ ਮਨ ਵਿੱਚ ਮਨਾਉਂਦੇ ਹਾਂ। ਘਟਨਾ ਦੁੱਖ ਨਹੀਂ ਹੈ, ਘਟਨਾ ਦੁਖਦਾਈ ਨਹੀਂ ਹੈ, ਅਸੀਂ ਉਹਨੂੰ ਦੁਖਦਾਈ ਸਮਝਦੇ ਹਾਂ। ਜੇ ਅਸੀਂ ਆਪਣੀ ਉਸ ਸੋਚ ਨੂੰ ਬਦਲ ਲਈਏ, ਉਸ ਘਟਨਾ ਨੂੰ ਇੱਕ ਘਟਨਾ ਦੇ ਤੌਰ ਤੇ ਦੇਖੀਏ, ਉਸ ਘਟਨਾ ਨੂੰ ਪ੍ਰਮਾਤਮਾ ਦੀ ਰਜ਼ਾ ਦੇ ਤੌਰ ਤੇ ਵੇਖੀਏ ਕਿ ਪ੍ਰਮਾਤਮਾ ਦੀ ਰਜ਼ਾ ਸੀ ਤੇ ਉਹ ਘਟਨਾ ਘਟੀ। ਨਾ ਉਹ ਘਟਨਾ ਦੁਖਦਾਈ ਹੈ ਤੇ ਜੇ ਕੁਝ ਚੰਗਾ ਵਾਪਰਿਆ ਤੇ ਉਹਦੇ ਲਈ ਵੀ ਕਿ ਉਹ ਘਟਨਾ ਸੁਖਦਾਈ ਨਹੀਂ ਹੈ। ਇਹ ਸਿਰਫ ਤੇ ਸਿਰਫ ਸਾਡੀ ਸੋਚ ਤੇ ਨਿਰਭਰ ਕਰਦਾ ਹੈ। ਅਸੀਂ ਉਸ ਘਟਨਾ ਦੇ ਬਾਰੇ ਸੋਚਦੇ ਕੀ ਹਾਂ। ਜੇ ਉਹ ਘਟਨਾ ਆਪਣੇ ਆਪ ਦੇ ਵਿੱਚ ਦੁਖਦਾਈ ਹੋਵੇ ਜਾਂ ਸੁਖਦਾਈ ਹੋਵੇ ਤਾਂ ਸਾਰੇ ਹੀ ਜੀਵਾਂ ਦੀ, ਸਾਰੇ ਹੀ ਮਨੁੱਖਾਂ ਦੀ ਸੋਚ ਉਹਨੂੰ ਲੈ ਕੇ ਇੱਕ ਹੀ ਹੋਣੀ ਚਾਹੀਦੀ ਹੈ। ਜੇ ਉਹ ਘਟਨਾ ਵਾਕਈ ਦੁਖਦਾਈ ਹੈ ਤਾਂ ਉਹ ਸਭਨਾਂ ਦੇ ਲਈ ਹੀ ਦੁਖਦਾਈ ਹੋਣੀ ਚਾਹੀਦੀ ਹੈ। ਤੇ ਦੁਨੀਆ ਤੇ ਅਜਿਹੀ ਕੋਈ ਵੀ ਘਟਨਾ ਨਹੀਂ ਜੋ ਸਭਨਾਂ ਦੇ ਲਈ ਇੱਕੋ ਜਿਹੀ ਹੋਵੇ। ਇੱਕ ਹੀ ਘਟਨਾ ਨੂੰ ਲੈ ਕੇ ਕੋਈ ਉਹਨੂੰ ਸੁਖਦਾਈ ਸਮਝੇਗਾ ਤੇ ਕੋਈ ਉਹਨੂੰ ਦੁਖਦਾਈ ਸਮਝੇਗਾ। ਸੋ ਯਾਦ ਰੱਖੋ, ਸੁੱਖ ਤੇ ਦੁੱਖ ਅਸੀਂ ਆਪਣੇ ਮਨ ਦੇ ਵਿੱਚ ਹੀ ਤਿਆਰ ਕਰਦੇ ਹਾਂ। ਦੁਨੀਆ ਦੇ ਵਿੱਚ ਕੋਈ ਵੀ ਘਟਨਾ, ਕੋਈ ਵੀ ਵਰਤਾਰਾ ਅਜਿਹਾ ਨਹੀਂ ਜਿਹਨੂੰ ਅਸੀਂ ਕਹਿ ਸਕੀਏ ਕਿ ਇਹ ਸੁਖਦਾਈ ਹੈ ਜਾਂ ਦੁਖਦਾਈ ਹੈ। ਸੋ ਉਮੀਦ ਕਰਦੇ ਹਾਂ ਅੱਜ ਦੀ ਬਾਣੀ ਦੇ ਵਿੱਚੋਂ ਮਿਲਣ ਵਾਲੀ ਇਹ ਸਿੱਖਿਆ ਤੁਹਾਨੂੰ ਸਮਝ ਦੇ ਵਿੱਚ ਆਈ ਹੋਏਗੀ ਤੇ ਆਪਣੇ ਜੀਵਨ ਦੇ ਵਿੱਚ ਤੁਸੀਂ ਇਸ ਸਿੱਖਿਆ ਨੂੰ ਅਮਲੇ ਦੇ ਵਿੱਚ ਲੈ ਕੇ ਆਓਗੇ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।